Good morning, students. This is Rajvinder Singh from Guru Nanak Public Senior Secondary School रईया। ਬੱਚਿਓ ਆਪਾਂ +2 ਕਲਾਸ ਦੀ ਕੈਮਿਸਟਰੀ ਕਰਦੇ ਪਏ ਆ ਤੇ ਯੂਨਿਟ ਹੈਗਾ ਇਲੈਕਟ੍ਰੋਕੈਮਿਸਟਰੀ। ਲਾਸਟ ਡੇ ਆਪਾਂ ਪ੍ਰਾਇਮਰੀ ਬੈਂਡ ਮੈਂ ਤੁਹਾਨੂੰ ਟੌਪਿਕ ਸਟਾਰਟ ਕਰਾਇਆ ਸੀ ਬੈਟਰੀਜ਼, ਦੱਸਿਆ ਸੀ ਕਿੰਨੇ ਤਰ੍ਹਾਂ ਦੀਆਂ ਬੈਟਰੀਜ਼ ਹੁੰਦੀਆਂ ਵਾ, ਪ੍ਰਾਇਮਰੀ ਬੈਟਰੀ ਤੇ ਸੈਕੰਡਰੀ ਬੈਟਰੀ। ਪ੍ਰਾਇਮਰੀ ਬੈਟਰੀ ਦੇ ਵਿੱਚ ਦੋ ਚੀਜ਼ਾਂ ਆਪਾਂ ਕੀਤੀਆਂ, ਡਰਾਈ ਸੈੱਲ ਤੇ ਮਰਕਰੀ ਸੈੱਲ, ਬਸ ਦੋ ਹੀ ਕਰਨੀਆਂ ਨੇ। ਹੁਣ ਆਪਣਾ ਟੌਪਿਕ ਆ ਗਿਆ ਸੈਕੰਡਰੀ ਬੈਟਰੀਜ਼। ਸੈਕੰਡਰੀ ਬੈਟਰੀਜ਼ ਜਿਨ੍ਹਾਂ ਨੂੰ ਆਪਾਂ ਰਿਚਾਰਜ ਕਰ ਸਕਦੇ ਹਾਂ। ਇਹਦੇ ਵਿੱਚ ਪਹਿਲੀ ਸਭ ਤੋਂ ਵਧੀਆ ਐਗਜ਼ਾਮਪਲ ਹੈਗੀ ਆ ਸਾਡੀ ਲੈਡ ਸਟੋਰੇਜ ਬੈਟਰੀ। ਇਹਦੇ ਵਿੱਚ ਮੈਂ ਥੋੜ੍ਹਾ ਕੁ ਹੋਰ ਦੱਸ ਦਿੰਦਾ, ਜਿੱਦਾਂ ਮੈਂ ਤੁਹਾਨੂੰ ਕਿਹਾ ਸੀ ਇਹ ਕਿਹੜੀਆਂ ਹੁੰਦੀਆਂ, ਰਿਚਾਰਜੀਏਬਲ। ਇਹਨਾਂ ਨੂੰ ਜਿੰਨੀ ਵਾਰ ਮਰਜ਼ੀ ਰਿਚਾਰਜ ਕਰੋ। ਰਿਚਾਰਜੀਏਬਲ ਸੈੱਲ ਹੁੰਦੇ, ਰਿਚਾਰਜੀਏਬਲ ਸੈੱਲ ਵੀ ਕਹਿ ਲਓ, ਬੈਟਰੀ ਵੀ ਕਹਿ ਲਓ, ਰਿਚਾਰਜ ਕਰ ਸਕਦੇ ਇਹਨਾਂ ਨੂੰ ਜਦੋਂ ਇਹ ਓਪਰੇਸ਼ਨ ਵਿੱਚ ਆ। ਓਪਰੇਸ਼ਨ ਦਾ ਮਤਲਬ ਜਦੋਂ ਇਹ ਵਰਕ ਕਰਦੀਆਂ ਪਈਆਂ, ਜਿੱਦਾਂ ਮੰਨ ਲਓ ਲਾਈਟ ਆਫ ਹੋ ਜਾਂਦੀ ਤੇ ਬੈਟਰੀ ਵਰਕ ਕਰਦੀ ਆ ਨਾ, ਜਦੋਂ ਇਹ ਓਪਰੇਸ਼ਨ ਦੇ ਵਿੱਚ ਆ ਉਦੋਂ ਆਪਾਂ ਇਹਨੂੰ ਇਲੈਕਟ੍ਰੋਕੈਮੀਕਲ ਸੈੱਲ ਦੀ ਤਰ੍ਹਾਂ ਟਰੀਟ ਕਰਾਂਗੇ ਵੀ ਇਲੈਕਟ੍ਰੋਕੈਮੀਕਲ ਸੈੱਲ ਆ। ਜਦੋਂ ਇਹ ਡੈਡ ਹੋ ਗਈਆਂ ਆਪਾਂ ਇਹਨੂੰ ਰਿਚਾਰਜ ਕਰਦੇ ਪਏ ਆ ਬਿਜਲੀ ਦੇ ਥਰੂ, ਤੇ ਉਦੋਂ ਆਪਾਂ ਇਹਨਾਂ ਨੂੰ ਇਲੈਕਟ੍ਰੋਲਿਟਿਕ ਸੈੱਲ ਦੀ ਤਰ੍ਹਾਂ ਬਿਹੇਵ ਵੇਖਾਂਗੇ ਵੀ ਇਹ ਇਲੈਕਟ੍ਰੋਲਿਟਿਕ ਸੈੱਲ ਬਣ ਗਈਆਂ ਨੇ। ਯਾਦ ਰੱਖ ਲਿਓ, ਵੈਨ ਭਾਵੇਂ ਬੈਟਰੀ ਲਿਖ ਲਓ ਭਾਵੇਂ ਸੈੱਲ ਲਿਖ ਲਓ, ਵੈਨ ਸੈੱਲ ਇਜ਼ ਇਨ ਆਪਰੇਸ਼ਨ, ਜਦੋਂ ਇਹ ਬੈਟਰੀ ਵਰਕ ਕਰਦੀ ਪਈ ਆ ਉਦੋਂ ਇਹ ਕੀ ਹੈਗੀ ਆ, ਇਲੈਕਟ੍ਰੋਕੈਮੀਕਲ ਸੈੱਲ। ਇਲੈਕਟ੍ਰੋਕੈਮੀਕਲ ਸੈੱਲ। ਤੇ ਜਦੋਂ ਇਹ ਡੈਡ ਆ ਇਹਨੂੰ ਰਿਚਾਰਜ ਕਰਨਾ ਆਪਾਂ ਤੇ ਇਹਨੇ ਕਨਵਰਟ ਹੋ ਜਾਣਾ ਇਲੈਕਟ੍ਰੋਲਿਟਿਕ ਸੈੱਲ ਵਿੱਚ। ਵੈਨ ਦਾ ਸੈੱਲ ਇਜ਼ ਡੈਡ, ਵੈਨ ਦਾ ਸੈੱਲ ਇਜ਼ ਡੈਡ ਇਹਨੂੰ ਆਪਾਂ ਕੀ ਕਰਨਾ, ਰਿਚਾਰਜ ਕਰਨਾ। ਰਿਚਾਰਜ ਇਟ ਐਂਡ ਇਟ ਕਨਵਰਟ ਇਨਟੂ ਇਲੈਕਟ੍ਰੋਲਿਟਿਕ ਸੈੱਲ। ਇਲੈਕਟ੍ਰੋਲਿਟਿਕ ਸੈੱਲ ਦੋ ਤਰ੍ਹਾਂ ਦੇ ਸੈੱਲ ਹੀ ਆਪਣੇ ਇਲੈਕਟ੍ਰੋਕੈਮਿਸਟਰੀ ਦੇ ਦੋ ਪਾਰਟ ਹੀ ਨਾ, ਇਲੈਕਟ੍ਰੋਕੈਮੀਕਲ ਤੇ ਇਲੈਕਟ੍ਰੋਲਿਟਿਕ। ਪਹਿਲੋਂ ਤੇ ਇੰਨਾ ਕੁ ਦਿਮਾਗ 'ਚ ਰੱਖ ਲਿਓ, ਜੇ ਤੇ ਸੈਕੰਡਰੀ ਬੈਟਰੀਜ਼ ਜਿਹੜੀਆਂ ਵਾ ਕੰਮ ਕਰਦੀਆਂ ਪਈਆਂ ਤੇ ਉਹ ਇਲੈਕਟ੍ਰੋਕੈਮੀਕਲ ਸੈੱਲ ਆ, ਤੇ ਜੇ ਡੈਡ ਆ ਉਹਨਾਂ ਨੂੰ ਆਪਾਂ ਰਿਚਾਰਜ ਕਰਦੇ ਪਏ ਆ ਤੇ ਉਹ ਇਲੈਕਟ੍ਰੋਲਿਟਿਕ ਸੈੱਲ ਬਣ ਜਾਣੀਆਂ, ਉਹਦਾ ਇਲੈਕਟ੍ਰੋਕੈਮੀਕਲ ਹੁੰਦੀਆਂ ਇਹ। ਪਹਿਲੀ ਐਗਜ਼ਾਮਪਲ ਸਭ ਤੋਂ ਵਧੀਆ ਜਿਹੜੀ ਕਾਰ ਬੈਟਰੀ ਆ ਜਾਂ ਇਨਵਰਟਰ ਦੀ ਬੈਟਰੀ ਆ, ਜਿਹਨੂੰ ਆਪਾਂ ਕਵਾਂਗੇ ਲੈਡ ਸਟੋਰੇਜ ਬੈਟਰੀ। ਲੈਡ ਸਟੋਰੇਜ ਬੈਟਰੀ, ਜਾਂ ਮੈਂ ਇੱਥੇ ਲਿਖ ਦਿੰਦਾ ਤੁਹਾਨੂੰ ਯਾਦ ਰਵੇ, ਕਾਰ ਬੈਟਰੀ। ਕਾਰ ਬੈਟਰੀ ਇਹਦੀ ਸ਼ੇਪ ਆਪਾਂ ਜਿੰਨੀ ਕੁ ਯਾਦ ਰੱਖਣੀ ਆ, ਤੁਸੀਂ ਦੇਖਿਆ ਨਾ ਪਲਾਸਟਿਕ ਦਾ ਕਿੰਨਾ ਵੱਡਾ ਇੱਕ ਕੰਟੇਨਰ ਜਿਹਾ ਹੁੰਦਾ, ਕੰਟੇਨਰ ਹੈਗਾ। ਹੁਣ ਇਹਦੇ ਵਿੱਚ ਇਹਦਾ ਰੋਡਸ ਪਈਆਂ ਹੁੰਦੀਆਂ, ਇੱਥੇ ਮੈਂ ਬਣਾ ਦਿੰਦਾ ਵੀ ਜਿਹੜਾ ਆਪਾਂ ਨੂੰ ਹਿੰਟ ਹੋ ਜੇ ਵੀ ਆਪਾਂ ਕਿੱਦਾਂ ਦੀ ਸ਼ੇਪ ਇਹਦੀ ਦਿਮਾਗ 'ਚ ਰੱਖਣੀ ਆ। ਇਹਦੀਆਂ ਤਿੰਨ ਰੋਡਸ ਆਪਾਂ ਇੱਦਾਂ ਬਣਾ ਦਿੰਨੇ, ਇੱਕ ਆਹ ਪਾਰਟ ਹੋ ਗਿਆ। ਇਹ ਜਿਹੜੀਆਂ ਲੈਡ ਦੀਆਂ ਬਣੀਆਂ ਨੇ ਸਾਰੀਆਂ, ਮੈਂ ਕਹੂੰਗਾ ਇੱਥੇ ਸੀਰੀਜ਼ ਆਫ, ਆ ਸੀਰੀਜ਼ ਦੇ ਵਿੱਚ ਹੀ ਹੈ ਨਾ, ਇੱਕ ਤੋਂ ਬਾਅਦ ਦੂਜੀ ਜੁੜੀ ਆ, ਸੀਰੀਜ਼ ਆਫ ਲੈਡ ਪਲੇਟਸ ਯੂਜ਼ਡ ਐਜ਼ ਐਨੋਡ। ਇਹਨੂੰ ਆਪਾਂ ਐਨੋਡ ਦੀ ਤਰ੍ਹਾਂ ਯੂਜ਼ ਕਰਾਂਗੇ, ਮਤਲਬ ਇਹਦੇ 'ਤੇ ਕਿਹੜਾ ਚਾਰਜ ਹੋਊਗਾ, ਨੈਗੇਟਿਵ ਚਾਰਜ। ਜਿੱਦਾਂ ਸੈੱਲ ਦੇ ਇੱਕ ਬੰਨੇ ਮਾਈਨਸ ਹੁੰਦਾ ਇੱਕ ਬੰਨੇ ਪਲੱਸ ਹੁੰਦਾ ਨਾ, ਇਹ ਵੀ ਇੱਕ ਸੈੱਲ ਹੀ ਆ ਸੈਕੰਡਰੀ ਸੈੱਲ। ਇਹਦੇ ਵਿੱਚ ਆ ਸਾਰੀਆਂ ਜਿਹੜੀਆਂ ਵਾ ਇਹ ਮਾਈਨਸ ਚਾਰਜ ਵਾਲੀਆਂ ਹੋਣਗੀਆਂ, ਪਰ ਇਹ ਕਾਹਦੀਆਂ ਬਣੀਆਂ ਹੋਣੀਆਂ ਇਹ ਵੀ ਯਾਦ ਰੱਖ ਲਿਓ, ਲੈਡ ਦੀਆਂ। ਨਾਮ ਹੀ ਹੈ ਨਾ ਲੈਡ ਸਟੋਰੇਜ ਬੈਟਰੀਜ਼। ਹੁਣ ਅੱਗੇ ਆਉਂਦੇ ਆ ਕੈਥੋਡ 'ਤੇ ਕੀ ਹੋਊਗਾ, ਫਿਰ ਆਪਾਂ ਇੱਦਾਂ ਹੀ ਬਣਾਉਣੇ, ਤਿੰਨ ਬਣਾ ਦਿੰਨੇ ਹੋਰ। ਇਸ ਤਰ੍ਹਾਂ ਦੀ ਸ਼ੇਪ ਐਗਜ਼ਾਮ ਦੇ ਵਿੱਚ ਵੀ ਬਣਾ ਸਕਦੇ ਹਾਂ, ਪੂਰੀ ਕਰੈਕਟ ਹੈ। ਇਹਨਾਂ ਨੂੰ ਥੋੜ੍ਹਾ ਆਪਾਂ ਵੱਖਰਾ ਜਿਹਾ ਕਰ ਦਿੰਨੇ। ਇਹ ਜਿਹੜੀਆਂ ਆਪਾਂ ਬਣਾਈਆਂ ਹੁਣ ਇਹਨਾਂ ਨੂੰ ਆਪਾਂ ਕਵਾਂਗੇ ਕੈਥੋਡ। ਉਹ ਅਨੋਡ ਹੀ ਨਾ ਜਿਹੜੀਆਂ ਪਹਿਲੇ ਬਣਾਈਆਂ ਸੀ ਸੀਰੀਜ਼ ਦੇ ਵਿੱਚ ਲੈਡ ਪਲੇਟਸ। ਕੈਥੋਡ ਇਹ ਕਾਹਦੀਆਂ ਬਣੀਆਂ ਵਾ, ਮੇਡ ਅਪ ਆਫ ਲੈਡ ਆਕਸਾਈਡ PbO2, ਤੇ ਇਹ ਕਿਹੜਾ ਚਾਰਜ ਹੋਊਗਾ, ਕੈਥੋਡ 'ਤੇ ਪੋਜ਼ੀਟਿਵ।
ਤੇ ਇਹਦੇ ਵਿੱਚ ਤੇਜ਼ਾਬ ਜਿਹਾ ਇਸ ਤਰ੍ਹਾਂ ਭਰਿਆ ਹੁੰਦਾ। ਘਰ ਦੇ ਵਿੱਚ ਵੀ ਇਨਵਰਟਰ ਵਾਲੀ ਬੈਟਰੀ ਦੇ ਵਿੱਚ ਆਪਾਂ ਡਿਸਟਿਲਡ ਵਾਟਰ ਜਾਂ ਕੋਈ ਇਸ ਤਰ੍ਹਾਂ ਦਾ ਵਾਟਰ ਪਾਉਂਦੇ, ਡਿਸਟਿਲਡ ਨਹੀਂ ਸੌਰੀ ਪਾਈਦਾ, ਕੁਝ ਇਸ ਤਰ੍ਹਾਂ ਦਾ ਪਾਣੀ ਆਪਾਂ ਪਾਉਂਦੇ ਹਾਂ ਜਿਹਦੇ ਵਿੱਚ ਸਾਲਟ ਵਗੈਰਾ ਹੁੰਦਾ ਵਾ। ਡਿਸਟਿਲਡ ਵਾਟਰ ਵਿੱਚ ਸਾਲਟ ਨਹੀਂ ਹੁੰਦਾ, ਬੈਟਰੀਜ਼ ਦਾ ਕੋਈ ਪਾਣੀ ਹੁੰਦਾ ਹੋਊਗਾ ਵੱਖਰਾ। ਹੁਣ ਇਹਦੇ ਵਿੱਚ ਕੀ ਹੁੰਦਾ 38% H2SO4। 38% ਦਾ ਮਤਲਬ ਆ ਵੀ 38% ਤੇਜ਼ਾਬ ਆ, ਬਾਕੀ ਕਿੰਨਾ ਬਚ ਗਿਆ ਮੇ ਬੀ 52 62% ਇਹਦੇ ਵਿੱਚ ਕੀ ਹੈਗਾ ਵਾਟਰ। ਵੀ ਇਹਦੇ 'ਚ ਪੂਰਾ ਇੰਨਾ ਜ਼ਿਆਦਾ ਪਿਓਰ ਤੇਜ਼ਾਬ ਨਹੀਂ ਹੁੰਦਾ, 38% ਤੇਜ਼ਾਬ ਹੁੰਦਾ ਅਤੇ 62% ਇਹਦੇ ਵਿੱਚ ਪਾਣੀ ਹੁੰਦਾ। ਠੀਕ ਹੈ, ਇਹ ਦੋ ਚੀਜ਼ਾਂ ਇੱਥੇ ਹੁੰਦੀਆਂ। ਅਤੇ ਇਹ ਕੀ ਹੁੰਦਾ ਵਾ, ਇੱਕ ਸਾਡੇ ਕੋਲ ਇਲੈਕਟ੍ਰੋਲਾਈਟ। ਇਲੈਕਟ੍ਰੋਲਾਈਟ ਇਹ ਆਪਾਂ ਡਾਇਗ੍ਰਾਮ ਬਣਾ ਲਈ, ਸਾਨੂੰ ਪਤਾ ਲੱਗ ਗਿਆ ਐਨੋਡ 'ਤੇ ਕਿਹੜਾ, ਕੈਥੋਡ 'ਤੇ ਕਿਹੜਾ ਅਤੇ ਇਲੈਕਟ੍ਰੋਲਾਈਟ ਕਿਹੜਾ। ਹੁਣ ਆਪਾਂ ਇਹਦੀਆਂ ਰਿਐਕਸ਼ਨਸ ਦੇਖਦੇ ਹਾਂ। ਰਿਐਕਸ਼ਨ ਜੇ ਤਾਂ ਇਹ ਆਪਰੇਸ਼ਨ ਦੇ ਵਿੱਚ ਆ ਉਦੋਂ ਰਿਐਕਸ਼ਨਾਂ ਕੁਝ ਹੋ ਰਿਹਾ, ਵੈਨ ਸੈੱਲ ਇਜ਼ ਇਨ ਆਪਰੇਸ਼ਨ। ਆਪਰੇਸ਼ਨ ਉਦੋਂ ਰਿਐਕਸ਼ਨਾਂ ਕੁਝ ਹੋਰ ਹੋਣਗੀਆਂ, ਜਦੋਂ ਆਪਾਂ ਇਹਨੂੰ ਡੈਡ ਹੋ ਗਿਆ ਰਿਚਾਰਜ ਕਰਨਾ ਉਦੋਂ ਰਿਐਕਸ਼ਨਸ ਕੁਝ ਹੋਰ ਹੋਣਗੀਆਂ। ਪਹਿਲੋਂ ਦੇਖਦੇ ਐਨੋਡ 'ਤੇ ਕੀ ਹੋਣਾ। ਐਟ ਐਨੋਡ, ਐਨੋਡ 'ਤੇ ਹੈ ਕੌਣ ਹੀ ਲੈਡ। ਲੈਡ ਦਾ ਸਿੰਬਲ ਕੀ ਹੁੰਦਾ PB। ਐਨੋਡ 'ਤੇ ਹੁੰਦਾ ਕੀ ਲੋਸ ਆਫ ਇਲੈਕਟ੍ਰੋਨ। ਲੈਡ ਨੇ 2 ਇਲੈਕਟ੍ਰੋਨ ਲੋਸ ਕੀਤੇ ਅਤੇ ਕਿਹ ਬਦਲ ਗਿਆ Pb2+ ਵਿੱਚ। ਇੱਕ ਰਿਐਕਸ਼ਨ ਆਪਣੇ ਕੋਲ ਲਿਖੀ ਗਈ, ਇੱਕ ਰਿਐਕਸ਼ਨ ਹੋਰ ਹੁੰਦੀ ਆ। ਇਹ ਜਿਹੜਾ Pb2+ ਆ ਇਹ ਕੀ ਕਰਦਾ ਵਾ, ਆ ਜਿਹੜਾ ਇਲੈਕਟ੍ਰੋਲਾਈਟ ਆ ਨਾ ਇਹਦੇ ਵਿੱਚੋਂ SO4 ਨੂੰ ਵਰਤਦਾ। SO4 ਦੇ ਉੱਪਰ ਕਿਹੜਾ ਚਾਰਜ ਆ -2 ਅਤੇ ਜੁੜ ਕੇ ਕੀ ਬਣਾ ਲੈਂਦੇ PbSO4। PbSO4 ਬਣਾ ਦੇਣਗੇ। ਅਤੇ ਆਪਾਂ ਹੁਣ ਇਹਦੀ ਓਵਰਆਲ ਰਿਐਕਸ਼ਨ ਲਿਖੀਏ ਇਕੱਲੇ ਅਨੋਡ ਦੀ, ਮੈਂ ਕੈਥੋਡ ਹਜੇ ਨਹੀਂ ਲਿਖਿਆ। ਓਵਰਆਲ ਰਿਐਕਸ਼ਨ ਐਟ ਐਨੋਡ, ਅਨੋਡ 'ਤੇ ਇੱਕ ਕੰਪਲੀਟ ਨੈਟ ਰਿਐਕਸ਼ਨ ਲਿਖੀਏ। ਰਿਐਕਟਿੰਗ ਸਾਈਡ ਦੇ ਵਿੱਚ ਕੌਣ ਆ PB ਆ ਦੋਨੋਂ 'ਤੇ ਕੈਂਸਲ ਹੋ ਜਾਣੇ। ਦੂਸਰਾ ਕਿਹੜਾ ਹੈਗਾ SO4 ਅਤੇ ਇੱਧਰ ਕੌਣ ਆ PbSO4 ਪਲੱਸ ਕਿੰਨੇ ਇਲੈਕਟ੍ਰੋਨ 2 ਇਲੈਕਟ੍ਰੋਨ। ਆ ਇੱਕ ਇਹਦੀ ਰਿਐਕਸ਼ਨ ਯਾਦ ਰੱਖਿਓ PbSO4 ਵੀ ਪਹਿਲੋਂ ਇੱਦਾਂ ਦੋਵੇਂ ਸਮਝ 'ਚ ਆਉਣੀਆਂ ਚਾਹੀਦੀਆਂ। ਲੈਡ ਦੀ ਕੀ ਹੁੰਦੀ ਪਈ ਆ ਆਕਸੀਡੇਸ਼ਨ, ਲੋਸ ਆਫ ਇਲੈਕਟ੍ਰੋਨ, ਅਤੇ ਉਹ ਜਿਹੜਾ ਫਿਰ SO4 ਨੈਗੇਟਿਵ ਸਲਫੇਟ ਨਾਲ ਰਿਐਕਟ ਕਰਕੇ ਇੱਦਾਂ ਦੀ ਚੀਜ਼ ਬਣਾਉਂਦਾ। ਹੁਣ ਆਪਾਂ ਲਿਖਣੀ ਕੈਥੋਡ 'ਤੇ ਕੀ ਹੁੰਦਾ ਪਿਆ। ਐਟ ਕੈਥੋਡ, ਐਟ ਕੈਥੋਡ, ਕੈਥੋਡ 'ਤੇ ਕੀ ਹੁੰਦਾ ਪਿਆ। ਕੈਥੋਡ 'ਤੇ ਕਿਹੜੀ ਚੀਜ਼ ਹੀ ਸਾਡੇ ਕੋਲ PbO2। ਇਹਦਾ ਕੀ ਹੋਣਾ ਲੋਸ ਆਫ ਆਕਸੀਜਨ, ਇਹਨੇ ਕਿਹ 'ਚ ਬਦਲਣਾ PB ਵਿੱਚ। ਅਤੇ ਆਹ ਆਕਸੀਜਨ ਜਿਹੜਾ ਵਾ ਇਹਨੇ ਹਾਈਡਰੋਜਨ ਨਾਲ ਰਿਐਕਟ ਕਰਕੇ, ਸਾਡੇ ਕੋਲ ਇਲੈਕਟ੍ਰੋਲਾਈਟ ਹੈਗਾ ਹੈ ਨਾ H2SO4, ਇਹ ਜਿਹੜੇ ਹਾਈਡਰੋਜਨ ਨਾਲ ਰਿਐਕਟ ਕਰਕੇ ਕੀ ਬਣਾ ਲੈਣਾ ਵਾਟਰ ਬਣਾ ਲਿਆ। ਅਤੇ ਇੱਥੇ ਬੈਲੈਂਸ ਕਰੀਏ 2 ਹਾਈਡਰੋਜਨ ਅਤੇ 1 ਆਕਸੀਜਨ। ਇੱਥੇ 2 ਆਕਸੀਜਨ ਮੈਂ ਇੱਥੇ 2 ਲਾ ਦੂੰਗਾ, 4 ਹਾਈਡਰੋਜਨ 4 ਲਾ ਤੇ ਕਿੰਨੇ ਹਾਈਡਰੋਜਨ ਹੋ ਗਏ 4, ਅਤੇ ਇੱਧਰ Pb+2 ਬਣਿਆ। ਇਹ ਵੀ ਯਾਦ ਰੱਖਿਓ। ਬੈਲੈਂਸ ਕਰੀਏ, ਇੱਧਰ 4+ ਆ, ਇੱਧਰ 2+ ਆ, ਇੱਧਰ ਵੀ 2+ ਕਰਨੇ, ਆਪਾਂ ਕੀ ਕਰਤੇ 2- ਕਰਤੇ। ਇੱਥੇ ਮਾਈਨਸ ਨਹੀਂ ਪਾਉਣਾ, 2- ਕਰੋਗੇ ਆਪੇ 2 4 'ਚੋਂ 2 ਗਏ, 2 ਇੱਧਰ ਰਹਿ ਗਏ, 2 ਇੱਧਰ। ਚਾਰਜ ਬੈਲੈਂਸ ਕਰ ਦਿਆ ਕਰੋ ਇਸ ਤਰ੍ਹਾਂ। ਇੱਕ ਥੋਟ 'ਤੇ ਆਹ ਰਿਐਕਸ਼ਨ ਹੋ ਗਈ। ਇੱਕ ਰਿਐਕਸ਼ਨ ਫਿਰ ਕੀ ਹੋਣੀ, ਆ ਜਿਹੜਾ Pb+2 ਆ ਇਹਨੇ SO4 ਨਾਲ ਰਿਐਕਟ ਕਰਨਾ ਅਤੇ ਕੀ ਬਣਾ ਦੇਣਾ PbSO4। ਇਹਨਾਂ ਦੀ ਓਵਰਆਲ ਰਿਐਕਸ਼ਨ ਲਿਖੀਏ, ਓਵਰਆਲ ਰਿਐਕਸ਼ਨ ਐਟ ਕੈਥੋਡ। ਕੈਥੋਡ 'ਤੇ ਦੇਖਿਓ ਓਵਰਆਲ ਰਿਐਕਸ਼ਨ ਕੀ ਹੁੰਦੀ ਪਈ। ਕਿਹੜਾ ਕਿਹਦੇ ਨਾਲ ਕੈਂਸਲ ਹੋ, ਆਹ ਚੀਜ਼ ਇਹਦੇ ਨਾਲ ਕੈਂਸਲ ਹੋ ਗਈ। ਕੀ ਬਚਿਆ PbO2 ਪਲੱਸ 4H ਪੋਜ਼ੀਟਿਵ ਪਲੱਸ 2 ਇਲੈਕਟ੍ਰੋਨ ਪਲੱਸ SO4 ਨੈਗੇਟਿਵ PbSO4 ਪਲੱਸ 2 ਵਾਟਰ ਦੇ ਮੋਲੀਕਿਊਲ। ਹੁਣ ਆਪਾਂ ਲਿਖਣੀ ਆ ਓਵਰਆਲ ਸੈੱਲ ਰਿਐਕਸ਼ਨ। ਓਵਰਆਲ ਸੈੱਲ ਰਿਐਕਸ਼ਨ ਕਿੱਦਾਂ ਲਿਖਾਂਗੇ ਹੁਣ ਥੋੜ੍ਹਾ ਧਿਆਨ ਦਿਓ। ਕਿਹੜੀ ਚੀਜ਼ ਕਿਹਨਾਂ ਕੈਂਸਲ ਹੋਣੀ, 2 ਇਲੈਕਟ੍ਰੋਨ ਅਤੇ 2 ਇਲੈਕਟ੍ਰੋਨ ਇਹ ਕੈਂਸਲ ਹੋ ਗਏ।
ਹੁਣ ਇੱਥੇ ਵੇਖੋ PB ਆ SO4 2 ਨੈਗੇਟਿਵ ਆ, ਇੱਧਰ ਵੇਖਦੇ ਆ ਕੁਝ ਨਹੀਂ ਮੈਚ ਹੁੰਦਾ, PbSO4 ਨਹੀਂ ਮੈਚ ਹੁੰਦਾ। ਆਪਾਂ ਕੀ ਲਿਖੀਏ ਹੁਣ? ਆ ਵੇਖਿਓ PbO2 ਪਲੱਸ 4H ਪੋਜ਼ੀਟਿਵ ਪਲੱਸ SO4 2 ਨੈਗੇਟਿਵ, ਉਧਰਲੇ ਬੰਨੇ ਜਿਹੜੇ ਹੈਗੇ ਉਹ ਵੀ ਲਿਖੀਏ PB ਪਲੱਸ SO4 ਮਾਈਨਸ 2, PB ਪਲੱਸ SO4 ਮਾਈਨਸ 2। ਇੱਧਰ ਆ ਜਾਈਏ ਕੀ ਆ ਸਾਡੇ ਕੋਲ? PbSO4 2 ਵਾਟਰ ਦੇ ਮੋਲੀਕਿਊਲ, ਹੋਰ ਇੱਧਰ ਕੀ ਬਚਿਆ? PbSO4। ਕਿੰਨੇ PbSO4 ਹੋ ਗਏ ਫਿਰ? 2 PbSO4। ਠੀਕ ਹੈ, ਆ ਚੀਜ਼ ਆਪਾਂ ਲਿਖ ਲਈ। ਹੁਣ ਆਪਾਂ ਇੱਥੇ ਦੇਖ ਲਈਏ ਕੀ ਸਾਡੇ ਕੋਲ ਬਚੂਗਾ। ਇਹਨਾਂ ਨੂੰ ਜੋੜ ਸਕਦੇ ਆਪਾਂ, SO4 ਤੇ SO4 ਕੀ ਆ? PbO2 4H ਪੋਜ਼ੀਟਿਵ 2SO4 ਮਾਈਨਸ 2 ਪਲੱਸ ਇੱਥੇ PB ਪਲੱਸ 2 ਹੁੰਦਾ, ਸੌਰੀ ਨਹੀਂ ਇੰਨਾ ਇਹੋ ਹੀ ਹੈ, PbSO4। ਠੀਕ ਹੈ, ਠੀਕ ਹੈ, ਆ ਪੂਰਾ ਕਰੈਕਟ ਆ। ਇਹਨਾਂ ਨੂੰ ਆਪਾਂ ਇਕੱਠੇ ਕਰਤਾ, 2 ਕਰਤਾ, PB ਬਚਿਆ 2 PbSO4 ਪਲੱਸ 2 ਵਾਟਰ ਦੇ ਮੋਲੀਕਿਊਲ। ਆ ਸੈੱਲ ਰਿਐਕਸ਼ਨ ਹੋ ਗਈ। ਠੀਕ ਹੈ, ਤੇ ਜਦੋਂ ਆਪਾਂ ਰਿਚਾਰਜ ਕਰਨਾ ਇਹਨੂੰ ਪੁੱਠਾ ਲਿਖ ਦੇਣਾ, ਡਿਊਰਿੰਗ ਰਿਚਾਰਜਿੰਗ। ਜਦੋਂ ਇਹਨਾਂ ਨੂੰ ਰਿਚਾਰਜ ਕਰੋਗੇ ਆ ਸਾਈਡ ਪਹਿਲੋਂ ਲਿਖ ਦੇਣੀ 2 PbSO4 ਵਾਟਰ ਦੇ ਮੋਲੀਕਿਊਲ, ਫਿਰ ਆ ਸਾਰੇ ਇੱਦਾਂ ਲਿਖ ਦਿਓ। ਕੀ ਆ ਜਾਣਾ? PbO2 ਪਲੱਸ 4H, ਇਹਨਾਂ ਨੂੰ ਇਕੱਠਾ ਲਿਖ ਦਈਏ 2H2SO4 ਲਿਖ ਦਈਏ। ਆ ਸਾਰੇ ਮੈਂ ਇਕੱਠੇ ਲਿਖਤੇ ਜੇ ਪਲੱਸ PB। ਠੀਕ ਹੈ, ਆ ਬੈਲੈਂਸ ਹੋ ਗਿਆ। ਥੈਂਕ ਯੂ ਜੀ।